TVN ਦੇਖਣ ਵਾਲੇ ਸਮੁੱਚੇ ਦਰਸ਼ਕਾਂ ਨੂੰ ਦਵਿੰਦਰ ਸਿੰਘ ਬੈਨੀਪਾਲ ਵੱਲੋਂ ਪਿਆਰ ਅਤੇ ਸਤਿਕਾਰ ਸਹਿਤ ਸਤਿ ਸ਼੍ਰੀ ਅਕਾਲ। ਦ ਬੈਨੀਪਾਲ ਸ਼ੋਅ ਵਿੱਚ ਤੁਹਾਡਾ ਸਭਨਾਂ ਦਾ ਨਿੱਘਾ ਸਵਾਗਤ। ਆਓ ਦੋਸਤੋ ਰਲ ਮਿਲ ਕੇ ਕੁਝ ਅਹਿਮ ਖਬਰਾਂ, ਕੁਝ ਅਹਿਮ ਘਟਨਾਵਾਂ ਦੇ ਉੱਤੇ ਵਿਚਾਰ ਚਰਚਾ ਕਰੀਏ। ਭਾਜਪਾ ਨੇ ਪੰਜਾਬ ਚੋਣਾਂ ਜਿੱਤਣ ਲਈ ਖਿੱਚੀ ਤਿਆਰੀ। ਵਿਵਾਦਤ ਅਰਦਾਸ ਮਾਮਲੇ ਵਿੱਚ ਭਾਜਪਾ ਦੇ ਸੂਬਾ ਸਕੱਤਰ ਨੂੰ ਮਿਲੀ ਜ਼ਮਾਨਤ। ਹਰਜੀਤ ਗਰੇਵਾਲ ਦਾ ਇੱਕ ਵਾਰ ਫਿਰ ਤੋਂ ਵਿਵਾਦਤ ਬਿਆਨ, ਕਿਸਾਨ ਨਹੀਂ ਇਹ ਹਨ ਕ੍ਰਿਮੀਨਲ। ਬਨੂੜ ਵਿੱਚ ਕਿਸਾਨਾਂ ਨੇ ਹਰਜੀਤ ਗਰੇਵਾਲ ਵਿਰੁੱਧ ਕੱਢਿਆ ਗੁੱਸਾ। ਮੋਗੇ ਵਿੱਚ ਲਾਠੀ ਚਾਰਜ ਬਾਅਦ ਕੀਤੇ ਪਰਚਿਆਂ ਨੂੰ ਰੱਦ ਕਰਨ ਦਾ ਪ੍ਰਸ਼ਾਸਨ ਨੇ ਦਿੱਤਾ ਭਰੋਸਾ, ਸੰਘਰਸ਼ ਮੁਲਤਵੀ। ਦੋਸਤੋ ਇਹ ਤੇ ਇਸ ਦੇ ਨਾਲ ਕੁਝ ਹੋਰ ਜਾਣਕਾਰੀਆਂ, ਕੁਝ ਖਬਰਾਂ, ਕੁਝ ਘਟਨਾਵਾਂ ਦਾ ਜ਼ਿਕਰ ਅੱਜ ਦੇ ਆਪਣੇ ਇਸ ਪ੍ਰੋਗਰਾਮ ਵਿੱਚ ਰਹੇਗਾ। ਇਸ ਤੋਂ ਪਹਿਲਾਂ ਕਿ ਆਪਾਂ ਇੱਧਰ ਨੂੰ ਵਧੀਆ ਵਿਸਥਾਰ ਦੇ ਨਾਲ ਗੱਲਬਾਤ ਕਰੀਏ, ਤੁਹਾਨੂੰ ਸਭਨਾਂ ਨੂੰ ਬੇਨਤੀ ਹੈ ਕਿ ਜੇਕਰ ਹਾਲੇ ਤੱਕ ਤੁਸੀਂ ਆਪਣੇ ਇਸ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਕਿਰਪਾ ਕਰਕੇ ਸਬਸਕ੍ਰਾਈਬ ਕਰਕੇ ਨੋਟੀਫਿਕੇਸ਼ਨ ਵਾਲੀ ਘੰਟੀ ਜ਼ਰੂਰ ਔਨ ਕਰ ਲੈਣੀ। ਤੁਹਾਡੇ ਦਿਲੋਂ ਧੰਨਵਾਦੀ ਹੋਵਾਂਗੇ। ਤੇ ਆਓ ਹੁਣ ਇਕੱਲੀ ਖਬਰ ਦੀ ਸਾਰ ਲੈਂਦੇ ਜਾਈਏ। ਸਭ ਤੋਂ ਪਹਿਲਾਂ ਕਿ ਪੰਜਾਬ ਦੇ ਵਿੱਚ ਵੀ ਤੇ ਕਈ ਹੋਰ ਸੂਬਿਆਂ ਦੇ ਵਿੱਚ ਵੀ ਚੋਣਾਂ ਨੇ। ਹਰ ਹੀਲਾ ਵਸੀਲਾ ਵਰਤ ਕੇ ਭਾਰਤੀ ਜਨਤਾ ਪਾਰਟੀ ਇਹਨਾਂ ਸੂਬਿਆਂ ਦੇ ਵਿੱਚ ਚੋਣਾਂ ਜਿੱਤਣਾ ਚਾਹੁੰਦੀ ਹੈ, ਪਰ ਪੰਜਾਬ ਦੀ ਤਸਵੀਰ ਬਾਕੀ ਸੂਬਿਆਂ ਨਾਲੋਂ ਹਮੇਸ਼ਾ ਹੀ ਵੱਖਰੀ ਰਹੀ ਹੈ। ਜਦੋਂ ਹੋਰ ਕਿਸੇ ਸੂਬੇ ਵਿੱਚ ਆਮ ਆਦਮੀ ਪਾਰਟੀ ਦਾ ਬੋਲਬਾਲਾ ਨਹੀਂ ਸੀ, ਉਸ ਵਕਤ 4 ਸੰਸਦ ਮੈਂਬਰ ਪੰਜਾਬ ਨੇ ਦਿੱਤੇ। ਇਹ ਪਹਿਲੀ ਵਾਰੀ ਹੋਇਆ ਕਿ ਨਵੀਂ ਪਾਰਟੀ ਸੀ ਤੇ ਵਿਰੋਧੀ ਧਿਰ ਦਾ ਰੁਤਬਾ ਪ੍ਰਾਪਤ ਕਰ ਗਈ। ਹੁਣ ਇਹ ਵੀ ਪਹਿਲੀ ਵਾਰੀ ਹੋ ਰਿਹਾ ਹੈ ਕਿ ਭਾਜਪਾ ਸ਼੍ਰੋਮਣੀ ਅਕਾਲੀ ਦਲ ਨਾਲੋਂ ਤੋੜ ਵਿਛੋੜਾ ਕਰਕੇ ਪੰਜਾਬ ਦੇ ਵਿੱਚ ਇਕੱਲਿਆਂ ਵਿਧਾਨ ਸਭਾ ਚੋਣਾਂ ਲੜਨ ਚਾਹੁੰਦੀ ਹੈ ਤੇ ਲੜਨ ਜਾ ਰਹੀ ਹੈ ਤੇ ਤਿਆਰੀਆਂ ਵੀ ਕਰ ਰਹੀ ਹੈ। ਤੇ ਹੁਣ ਪਤਾ ਲੱਗਿਆ ਕਿ ਪੰਜਾਬ ਦੀ ਚੋਣ ਪ੍ਰਚਾਰ ਦੀ ਜ਼ਿੰਮੇਵਾਰੀ ਦੇ ਦਿੱਤੀ ਗਈ ਹੈ ਜਲ ਸਰੋਤ ਮੰਤਰੀ ਗਜਿੰਦਰ ਸ਼ੇਖਾਵਤ ਨੂੰ। ਉਹਨਾਂ ਦੇ ਨਾਲ ਕੋ ਇੰਚਾਰਜ ਲਾਏ ਨੇ ਹਰਦੀਪ ਸਿੰਘ ਪੁਰੀ, ਮੀਨਾਕਸ਼ੀ ਲੇਖੀ ਤੇ ਵਿਨੋਦ ਚਾਵੜਾ। ਇਹਨਾਂ ਨੂੰ ਜ਼ਿੰਮੇਵਾਰੀ ਦਿੱਤੀ ਹੈ ਕਿ ਪੰਜਾਬ ਦੇ ਵਿੱਚ ਚੋਣਾਂ ਆਪਾਂ ਜਿੱਤਣੀਆਂ ਚਾਹੁੰਦੇ ਹਾਂ। ਇਸੇ ਤਰ੍ਹਾਂ ਪੰਜਾਬ ਦੇ ਨਾਲ ਕਈ ਹੋਰ ਸੂਬਿਆਂ ਦੇ ਵਿੱਚ ਵੀ ਵਿਧਾਨ ਸਭਾ ਚੋਣਾਂ ਹੋਣੀਆਂ ਨੇ। ਉਹਨਾਂ ਵਾਸਤੇ ਵੀ ਪਾਰਟੀ ਇੰਚਾਰਜਾਂ ਦੀ ਸੂਚੀ ਅੱਜ ਜਾਰੀ ਕੀਤੀ ਗਈ ਹੈ। ਭਾਜਪਾ ਜਨਰਲ ਸਕੱਤਰ ਅਰਣ ਸਿੰਘ ਦੇ ਵੱਲੋਂ ਇੱਕ ਬਿਆਨ ਜਾਰੀ ਕੀਤਾ ਗਿਆ। ਪਾਰਟੀ ਦੇ ਪ੍ਰਧਾਨ ਨੇ ਜਗਤ ਪ੍ਰਕਾਸ਼ ਨੱਡਾ, ਉਹਨਾਂ ਨੇ 2022 ਦੇ ਵਿੱਚ ਯੂਪੀ ਵਿੱਚ ਹੋਣ ਵਾਲੀਆਂ ਚੋਣਾਂ ਲਈ ਕੇਂਦਰੀ ਮੰਤਰੀ ਧਰਮਿੰਦਰ ਪ੍ਰਧਾਨ ਨੂੰ ਚੋਣ ਇੰਚਾਰਜ ਨਿਯੁਕਤ ਕੀਤਾ, ਜਦੋਂ ਕਿ ਗਜਿੰਦਰ ਸਿੰਘ ਸ਼ੇਖਾਵਤ ਨੂੰ, ਜਿਸ ਤਰ੍ਹਾਂ ਮੈਂ ਦੱਸ ਰਿਹਾ ਕਿ ਪੰਜਾਬ ਦਾ ਇੰਚਾਰਜ ਲਾਇਆ ਗਿਆ ਹੈ। ਯੂਪੀ 'ਚ ਧਰਮਿੰਦਰ ਪ੍ਰਧਾਨ ਦੇ ਨਾਲ ਕੇਂਦਰੀ ਮੰਤਰੀ ਕਈ ਹੋਰ ਲਾਏ ਗਏ ਹੈ, ਜਿਨ੍ਹਾਂ ਵਿੱਚ ਅਨੁਰਾਗ ਠਾਕਰ, ਅਰਜਨ ਰਾਮ ਮੇਘਵਾਲ, ਸ਼ੋਭਾ ਕਰੰਦਲਾਜੇ, ਅਨਪੂਰਨਾ ਦੇਵੀ ਤੋਂ ਇਲਾਵਾ ਪਾਰਟੀ ਦੇ ਜਨਰਲ ਸਕੱਤਰ ਸਰੋਜ ਪਾਂਡੇ, ਹਰਿਆਣਾ ਦੇ ਸਾਬਕਾ ਮੰਤਰੀ ਕੈਪਟਨ ਅਭਿਮਨਿਊ ਅਤੇ ਰਾਜ ਸਭਾ ਸੰਸਦ ਮੈਂਬਰ ਵਿਵੇਕ ਠਾਕਰ ਨੂੰ ਵੀ ਕੋ ਇੰਚਾਰਜ ਲਾਇਆ ਗਿਆ ਹੈ। ਇਸੇ ਤਰ੍ਹਾਂ ਜਿਹੜੇ ਹੋਰ ਸੂਬੇ ਨੇ ਉਹਨਾਂ ਦੀ ਗੱਲ ਬਾਅਦ 'ਚ ਕਰਦੇ ਹਾਂ, ਪਰ ਇਹਦੇ ਕਈ ਖੇਤਰ ਵੰਡੇ ਗਏ ਨੇ ਕਿਉਂਕਿ ਯੂਪੀ ਨੂੰ ਹਰ ਹੀਲੇ ਜਿੱਤਣਾ ਚਾਹੁੰਦੇ ਆ। ਜਿਸ ਦਿਨ ਮੁਜ਼ੱਫਰਨਗਰ ਵਾਲੀ ਉੱਥੇ ਰੈਲੀ ਹੋਈ ਹੈ, ਮਹਾਪੰਚਾਇਤ ਹੋਈ ਹੈ, ਸੱਚਮੁੱਚ ਨੀਂਦ ਉੜੀ ਪਈ ਹੈ। 6 ਸੂਬਿਆਂ ਦੇ ਵਿੱਚ ਇਲਾਕਾਵਾਰ, ਖੇਤਰਵਾਰ ਉਹਨੂੰ ਵੰਡ ਦਿੱਤਾ ਹੈ। ਇੰਚਾਰਜਾਂ ਦੀ ਵੀ ਉੱਥੇ ਨਿਯੁਕਤੀ ਕਰ ਦਿੱਤੀ ਗਈ ਹੈ। ਲੋਕ ਸਭਾ ਦੇ ਮੈਂਬਰ ਸੰਜੇ ਭਾਟੀਆ ਨੂੰ ਪੱਛਮੀ ਯੂਪੀ, ਬਿਹਾਰ ਦੇ ਵਿਧਾਇਕ ਸੰਜੀਵ ਚੌਰਸੀ ਨੂੰ ਬ੍ਰਜ ਖੇਤਰ, ਭਾਜਪਾ ਦੇ ਰਾਸ਼ਟਰੀ ਸਕੱਤਰ ਸੱਤਿਆ ਕੁਮਾਰ ਨੂੰ ਅਵਧ ਖੇਤਰ, ਰਾਸ਼ਟਰੀ ਸਹਿ ਖਜ਼ਾਨਚੀ ਸੁਧੀਰ ਗੁਪਤਾ ਨੂੰ ਕਾਨਪੁਰ ਖੇਤਰ, ਰਾਸ਼ਟਰੀ ਸਕੱਤਰ ਅਰਵਿੰਦ ਮੈਨਨ ਨੂੰ ਗੋਰਖਪੁਰ ਅਤੇ ਯੂਪੀ ਦੇ ਕੋ ਇੰਚਾਰਜ ਸੁਨੀਲ ਓਜਾ ਨੂੰ ਕਾਸ਼ੀ ਖੇਤਰ ਦੀ ਜ਼ਿੰਮੇਵਾਰੀ ਦਿੱਤੀ ਗਈ ਹੈ। ਕੇਂਦਰੀ ਮੰਤਰੀ ਪ੍ਰਹਲਾਦ ਜੋਸ਼ੀ ਨੂੰ ਉੱਤਰਾਖੰਡ ਦਾ ਚੋਣ ਇੰਚਾਰਜ ਲਾਇਆ ਗਿਆ। ਉਸ ਪਹਾੜੀ ਰਾਜ 'ਚ ਸਹਿ ਇੰਚਾਰਜ ਦੇ ਰੂਪ ਵਿੱਚ ਪੱਛਮੀ ਬੰਗਾਲ ਦੀ ਸੰਸਦ ਮੈਂਬਰ ਲੋਕੇਟ ਚੈਟਰਜੀ ਅਤੇ ਰਾਸ਼ਟਰੀ ਬੁਲਾਰੇ RP ਸਿੰਘ ਨੂੰ ਵੀ ਨਾਲ ਨਿਯੁਕਤ ਕੀਤਾ ਗਿਆ ਹੈ। ਹੁਣ ਕੇਂਦਰੀ ਮੰਤਰੀ ਭੁਪਿੰਦਰ ਯਾਦਵ ਨੂੰ ਮਣੀਪੁਰ ਦਾ ਚੋਣ ਇੰਚਾਰਜ ਲਾ ਦਿੱਤਾ ਗਿਆ, ਜਦੋਂ ਕਿ ਕੇਂਦਰੀ ਮੰਤਰੀ ਪ੍ਰੀਤਮਾ ਭੌਮਿਕ ਅਤੇ ਅਸਾਮ ਸਰਕਾਰ ਦੇ ਮੰਤਰੀ ਅਸ਼ੋਕ ਸਿੰਘਲ ਨੂੰ ਉੱਥੇ ਕੋ ਇੰਚਾਰਜ ਨਾਲ ਲਾਇਆ ਗਿਆ ਹੈ। ਸਾਲ 2022 ਦੇ ਸ਼ੁਰੂ ਦੇ ਵਿੱਚ ਯੂਪੀ 'ਚ, ਪੰਜਾਬ 'ਚ, ਉੱਤਰਾਖੰਡ 'ਚ, ਮਣੀਪੁਰ 'ਚ ਵਿਧਾਨ ਸਭਾ ਚੋਣਾਂ ਹੋਣੀਆਂ ਨੇ। ਹੁਣ ਤੁਸੀਂ ਦੇਖੋ ਕਿ ਯੂਪੀ ਵੱਡੀ ਸਟੇਟ ਹੈ, ਉੱਤਰਾਖੰਡ ਵੀ ਉਹਦੇ ਵਿੱਚੋਂ ਕੱਢਿਆ ਗਿਆ, ਲਗਭਗ ਤਸੀਰ ਉਹਨਾਂ ਲੋਕਾਂ ਦੀ ਇੱਕੋ ਜਿਹੀ ਹੈ। ਹੁਣ ਤੁਸੀਂ ਦੇਖੋ ਕਿ ਇਹਨਾਂ ਸੂਬਿਆਂ ਦੇ ਵਿੱਚ ਕਿਸਾਨੀ ਸੰਘਰਸ਼ ਜ਼ੋਰ ਸ਼ੋਰ ਨਾਲ ਚੱਲ ਰਿਹਾ ਹੈ।
ਇਹ ਵੀ ਗੱਲ ਇੱਥੇ ਦੱਸਣ ਵਾਲੀ ਹੈ ਕਿ ਮੁਜ਼ੱਫਰਨਗਰ ਦੇ ਵਿੱਚ ਜਿਹੜੀ ਮਹਾਪੰਚਾਇਤ ਹੋਈ, ਦਰਅਸਲ ਉਸ ਮਹਾਪੰਚਾਇਤ ਨੇ ਭਾਰਤੀ ਜਨਤਾ ਪਾਰਟੀ ਦੀ ਨੀਂਦ ਐਨ ਹਰਾਮ ਕਰਕੇ ਰੱਖ ਦਿੱਤੀ ਹੈ। ਤੇ ਹੁਣ ਪੰਜਾਬ ਦੇ ਵਿੱਚੋਂ ਸੰਘਰਸ਼ ਸ਼ੁਰੂ ਹੋਇਆ ਤੇ ਉੱਥੇ ਹੀ ਜ਼ਮੀਨ ਤਲਾਸ਼ ਰਹੇ ਨੇ। ਅਰ ਜੇ ਪਿਛਲੇ ਲਗਭਗ 22 ਵਰਿਆਂ ਤੇ ਨਜ਼ਰ ਮਾਰਦੇ ਆ ਤਾਂ ਭਾਰਤੀ ਜਨਤਾ ਪਾਰਟੀ ਪੰਜਾਬ 'ਚ ਚੋਣ ਲੜਦੀ ਰਹੀ, ਕੁਝ ਐਮਐਲਏ ਤੇ ਕੁਝ ਸੰਸਦ ਮੈਂਬਰ ਵੀ ਚੁਣੇ ਜਾਂਦੇ ਰਹੇ, ਪਰ ਸ਼੍ਰੋਮਣੀ ਅਕਾਲੀ ਦਲ ਦੇ ਨਾਲ ਸਾਂਝ ਭਿਆਲੀ ਸੀ। ਆ ਪਹਿਲਾ ਮੌਕਾ ਹੈ ਜਦੋਂ ਭਾਰਤੀ ਜਨਤਾ ਪਾਰਟੀ ਨਾਲ ਅਕਾਲੀ ਦਲ ਨਾਲੋਂ ਤੋੜ ਵਿਛੋੜਾ ਕਰਕੇ ਇਕੱਲਿਆਂ ਚੋਣ ਲੜਨੀਆਂ। ਪਰ ਇੱਕ ਵਾਰ ਨਹੀਂ, ਅਨੇਕਾਂ ਮੌਕਿਆਂ ਤੇ ਆਖ ਚੁੱਕੇ ਨੇ ਭਾਜਪਾ ਦੇ ਲੀਡਰ ਕਿ ਪੰਜਾਬ ਦੇ ਵਿੱਚ ਚੋਣ ਜਿੱਤਣੀ ਵੀ ਹੈ ਤੇ ਸਰਕਾਰ ਅਸੀਂ ਬਣਾਉਣੀ ਹੈ। ਹੁਣ ਚੋਣਾਂ ਦੀਆਂ ਤਿਆਰੀਆਂ ਦੇ ਵਾਸਤੇ ਇੰਚਾਰਜ ਥਾਪ ਦਿੱਤੇ ਗਏ ਹੈ। ਹੁਣ ਵੇਖਾਂਗੇ ਕਿ ਵੋਟਾਂ ਕਿਹਨਾਂ ਤੋਂ ਲੈਂਦੇ ਹੈ, ਕੀ ਸੱਚਮੁੱਚ ਆਉਣ ਵਾਲੇ ਦਿਨਾਂ ਦੇ ਵਿੱਚ ਆਪਣੇ ਦਫ਼ਤਰਾਂ ਦੇ ਵਿੱਚੋਂ ਨਿਕਲ ਕੇ ਤੁਹਾਡੇ ਪਿੰਡਾਂ ਸ਼ਹਿਰਾਂ ਤੱਕ ਅਪਰੋਚ ਕਰਦੇ ਆ। ਜੇ ਕਰਦੇ ਆ, ਕੀ ਭਾਰਤੀ ਜਨਤਾ ਪਾਰਟੀ ਦੇ ਲੀਡਰਾਂ ਨੂੰ ਲੋਕ ਪਿੰਡਾਂ ਸ਼ਹਿਰਾਂ ਵਿੱਚ ਵੜਨ ਦਿੰਦੇ ਆ? ਪਰ ਖਿਆਲ ਰੱਖਿਓ, ਸ਼ਾਂਤਮਈ ਤਰੀਕੇ ਨਾਲ ਵਿਰੋਧ ਕਰਨਾ ਕਿਤੇ ਪੰਜਾਬ ਦਾ ਮਾਹੌਲ ਵਿਗਾੜ ਕੇ ਕੋਈ ਵੀ ਸੱਤਾਧਾਰੀ ਧਿਰ ਹੋ ਸਕਦੀ ਹੈ, ਉਹਦਾ ਲਾਹਾ ਨਾ ਪ੍ਰਾਪਤ ਕਰ ਜਾਏ, ਚੋਣਾਂ ਕਿਤੇ ਅੱਗੇ ਨਾ ਪਵਾ ਜਾਏ। ਇਸ ਗੱਲ ਦਾ ਖਿਆਲ ਰੱਖਿਓ। ਅਗਲੀ ਖਬਰ ਇਸੇ ਗੱਲ ਨੂੰ ਤਸਦੀਕ ਕਰੂ। ਇੱਕ ਹਰਜੀਤ ਗਰੇਵਾਲ ਨਾਮ ਦਾ ਬੰਦਾ ਹੈ ਭਾਰਤੀ ਜਨਤਾ ਪਾਰਟੀ ਦਾ। ਉਹਨੂੰ ਇਹ ਮਹਿਸੂਸ ਹੋ ਰਿਹਾ ਜਿਵੇਂ ਮੈਂ ਮੁੱਖ ਮੰਤਰੀ ਦਾ ਚਿਹਰਾ ਹੋਵਾਂ, ਕਿਉਂਕਿ ਉਹਨੂੰ ਇਹ ਗੱਲ ਲੱਗਦੀ ਹੈ ਕਿ ਸਾਰੀਆਂ ਸਿਆਸੀ ਧਿਰਾਂ ਕਹਿੰਦੇ ਨੇ ਕਿ ਪੰਜਾਬ ਦੇ ਵਿੱਚ ਜੱਟ ਸਿੱਖ ਹੋਣਾ ਚਾਹੀਦਾ, ਪੰਜਾਬੀ ਹੋਣਾ ਚਾਹੀਦਾ, ਕਿ ਸਾਰੀਆਂ ਗੱਲਾਂ ਮੇਰੇ 'ਚ ਪੂਰੀਆਂ ਨੇ। ਫਿਰ ਭਾਜਪਾ ਦੇ ਜਿਹੜੇ ਵੱਡੇ ਆਗੂ ਨੇ ਉਹਨਾਂ ਦੇ ਚੱਪਲਾਂ ਵੀ ਮੈਂ ਚੰਗੇ ਤਰੀਕੇ ਨਾਲ ਝਾੜਦਾ। ਮੈਂ ਜਿੰਨਾ ਰੱਜ ਕੇ ਕਿਸਾਨਾਂ ਦੇ ਵਿਰੁੱਧ ਬੋਲਿਆ ਜਾਂਦਾ ਉਹਨਾਂ ਬੋਲਦਾ ਵੀ ਹਾਂ। ਹੁਣ ਵਿਵਾਦਤ ਬਿਆਨ ਤੋਂ ਅਕਸਰ ਦਿੰਦਾ ਰਹਿੰਦਾ ਤੇ ਇੱਕ ਵਾਰ ਫਿਰ ਤੋਂ ਵਿਵਾਦਤ ਬਿਆਨਾਂ ਦੇ ਕਾਰਨ ਉਹ ਕਿਸਾਨਾਂ ਦੇ ਉੱਤੇ ਨਿਸ਼ਾਨੇ ਤੇ ਆ ਗਿਆ। ਦੋਸ਼ ਉਹਨੇ ਕਿਸਾਨਾਂ ਤੇ ਇਹ ਲਾਏ ਨੇ ਕਿ ਇਹ ਕਿਸਾਨ ਹੈ ਹੀ ਨਹੀਂ, ਇਹ ਕ੍ਰਿਮੀਨਲ ਨੇ, ਇਹ ਅਪਰਾਧੀ ਨੇ। ਕਿਸਾਨ ਅੰਦੋਲਨ ਦੇ ਨਾਂ ਦੇ ਉੱਤੇ ਇੱਕ ਖੇਡ ਖੇਡੀ ਜਾ ਰਹੀ ਹੈ ਤੇ ਇਹ ਚੀਨ ਤੇ ਪਾਕਿਸਤਾਨ ਤੋਂ ਫੰਡਿੰਗ ਲੈ ਰਹੇ ਨੇ। ਇਸੇ ਹੀ ਫੰਡਿੰਗ ਦੇ ਕਾਰਨ ਇਹ ਅੰਦੋਲਨ ਲੰਬਾ ਖਿੱਚਿਆ ਜਾ ਰਿਹਾ ਹੈ। ਇਹ ਅੱਜ ਨਹੀਂ, ਪਹਿਲਾਂ ਵੀ ਆਖਿਆ ਸੀ ਕਿ ਇਹਨਾਂ ਨੂੰ ਫੰਡ ਕਿੱਥੋਂ ਆਉਂਦੇ ਨੇ। ਇਹ ਤਾਂ ਬਹੁਤ ਸਾਰੇ ਲੋਕ ਪੁੱਛਦੇ ਆ ਕਿ ਗੁਰਦੁਆਰਾ ਸਾਹਿਬਾਨਾਂ ਦੇ ਵਿੱਚ 24 ਘੰਟੇ ਲੰਗਰ ਚੱਲੀ ਜਾਂਦਾ, ਇਹਨਾਂ ਨੂੰ ਫੰਡ ਕਿੱਥੋਂ ਆਉਂਦੇ ਨੇ। ਜਦੋਂ ਇਹ ਆਖਿਆ ਸੀ ਕਿ ਵਿਦੇਸ਼ਾਂ ਤੋਂ ਫੰਡਿੰਗ ਆਉਂਦੀ ਹੈ ਤੇ ਉਸ ਵਕਤ ਮੂੰਹ ਤੋੜ ਜਵਾਬ ਦਿੱਤਾ ਸੀ, ਸ਼ਾਇਦ ਹਰਜੀਤ ਗਰੇਵਾਲ ਨੇ ਸੁਣਿਆ ਨਹੀਂ। ਕਿਸਾਨ ਬਹੁਤ ਸਾਰੇ ਨੇ ਜਿਨ੍ਹਾਂ ਦੇ ਪੁੱਤ ਭਤੀਜੇ ਭੈਣ ਭਰਾ ਵਿਦੇਸ਼ਾਂ ਵਿੱਚ ਰਹਿੰਦੇ ਹੈ। ਉਹ ਕਹਿੰਦੇ ਨੇ ਕੁਝ ਵੀ ਹੋ ਜੇ, ਥੋੜਾ ਬਹੁਤਾ ਸੇਵਿੰਗ ਕਰਕੇ ਉਹਨਾਂ ਨੂੰ ਭੇਜ ਦਿਆਂਗੇ, ਪਰ ਅੰਦੋਲਨ ਚੱਲਦਾ ਰੱਖਣਾ ਹੈ। ਹੁਣ ਕੱਲ੍ਹ ਨੂੰ ਇਹ ਨਾ ਕਹਿਣ ਲੱਗ ਜਾਓ ਕਿ ਜੇਕਰ ਕਿਸੇ ਦਾ ਕੋਈ ਪੁੱਤ ਧੀ ਭੈਣ ਭਰਾ ਕੈਨੇਡਾ, ਅਮਰੀਕਾ, ਨਿਊਜ਼ੀਲੈਂਡ, ਆਸਟ੍ਰੇਲੀਆ ਜਾਂ ਕਿਸੇ ਹੋਰ ਮੁਲਕ 'ਚ ਰਹਿੰਦਾ ਹੈ ਕਿ ਇਹ ਵੀ ਫੰਡਿੰਗ ਕਰ ਰਹੇ ਨੇ। ਉਹ ਸਰਕਾਰਾਂ ਨਹੀਂ ਭਾਈ ਉਹਨਾਂ ਦੇ ਪਿੱਛੇ, ਆਪਣਾ ਭਾਈਚਾਰਾ। ਉਹ ਕਿਸਾਨ ਨੇ ਜਿਹੜੇ ਪਹਿਲਾਂ ਕਦੇ ਪੰਜਾਬ 'ਚ ਰਹਿੰਦੇ ਸੀ, ਅੱਜ ਕਿਸੇ ਹੋਰ ਮੁਲਕ 'ਚ ਜਾ ਕੇ ਵਸ ਗਏ। ਪਰ ਹਰਜੀਤ ਗਰੇਵਾਲ ਕਹਿੰਦਾ ਕਿ ਪਾਕਿਸਤਾਨ ਤੇ ਚੀਨ ਤੋਂ ਇਹਨਾਂ ਨੂੰ ਫੰਡਿੰਗ ਮਿਲ ਰਹੀ ਹੈ। ਉਹਨਾਂ ਦੋਸ਼ ਲਗਾਇਆ ਹੈ ਕਿ ਕਿਸਾਨ ਭਾਜਪਾ ਆਗੂ ਦੀ ਮੌਬ ਲਿੰਚਿੰਗ ਕਰ ਰਹੇ ਨੇ, ਇੱਥੋਂ ਤੱਕ ਉਹਨਾਂ ਦੀ ਫਸਲ ਤਬਾਹ ਕਰ ਦਿੱਤੀ। ਉਹ ਕਹਿੰਦਾ ਕਿਸਾਨ ਫਸਲ ਤਬਾਹ ਥੋੜ੍ਹੀ ਕਰਦਾ ਹੈ, ਉਹ ਤਾਂ ਬੀਜਦਾ ਤੋਂ ਉਗਾਉਂਦਾ ਹੈ। ਕਿਸਾਨ ਆਗੂ ਸ਼ਰੇਆਮ ਭਾਜਪਾਈਆਂ ਦੀਆਂ ਦੁਕਾਨਾਂ ਬੰਦ ਕਰਵਾਉਂਦੇ ਆ, ਭਾਜਪਾ ਆਗੂ ਨੂੰ ਧਮਕੀਆਂ ਦੇ ਰਹੇ ਆ, ਉਹਨਾਂ ਨੂੰ ਨਾਮਜ਼ਦਗੀਆਂ ਦੇ ਕਾਗਜ਼ ਨਹੀਂ ਭਰਨ ਦਿੰਦੇ। ਉਹਨਾਂ ਕਿਹਾ ਕਿ ਕਿਸਾਨਾਂ ਦਾ ਅੰਦੋਲਨ ਸ਼ਾਂਤਮਈ ਨਹੀਂ ਸਗੋਂ ਹਿੰਸਕ ਹੈ। ਹੁਣ ਇਹ ਦੱਸੇ ਕਿ ਕਿੱਥੇ ਕਿੱਥੇ ਹਿੰਸਾ ਹੋ ਗਈ। ਇਹ ਦੱਸੇ ਕਿ ਬੀਤੇ ਦਿਨੀ ਬਸਤਾੜਾ ਟੋਲ ਪਲਾਜ਼ਾ ਦੇ ਉੱਤੇ ਹਿੰਸਾ ਕਿਹਨੇ ਕੀਤੀ, ਮੋਗਾ ਦੇ ਵਿੱਚ ਹਿੰਸਾ ਕਿਹਨੇ ਕੀਤੀ। ਉਹ ਬਹੁਤ ਵੱਡੀ ਰੈਲੀ ਮੁਜ਼ੱਫਰਨਗਰ ਵਾਲੀ ਦਾ ਵਾਰ-ਵਾਰ ਮੈਂ ਜ਼ਿਕਰ ਕਰ ਰਿਹਾ, ਕਿਹੜੀ ਹਿੰਸਾ ਹੋਈ ਆ ਉੱਥੇ। ਸਿੰਘੂ ਤੇ ਗਾਜ਼ੀਪੁਰ ਤੇ ਟਿਕਰੀ ਸਰਹੱਦ ਤੇ ਕਿਹੜੀ ਹਿੰਸਾ ਹੁੰਦੀ ਹੈ। ਉਹ ਕਹਿੰਦੇ ਪੰਜਾਬ ਦੀ ਆਰਥਿਕਤਾ ਤਬਾਹ ਕਰਨ ਤੇ ਸ਼ਾਂਤੀ ਭੰਗ ਕਰਨ ਲਈ ਕਿਸਾਨ ਆਗੂ ਜ਼ਿੰਮੇਵਾਰ ਨੇ, ਹੋਰ ਕੋਈ ਨਹੀਂ। ਹੁਣ ਇਹੋ ਹੀ ਨਹੀਂ, ਇਹਨੇ ਬਿਆਨ ਕਈ ਹੋਰ ਵੀ ਭੱਦੇ ਭੈੜੇ ਦਿੱਤੇ ਹੈ। ਤੇ ਨਾਲ ਪਹਿਲਾਂ ਇੱਕ ਭਾਰਤੀ ਜਨਤਾ ਪਾਰਟੀ ਦਾ ਹੋਰ ਆਗੂ, ਆਪਾਂ ਉਹਦੇ ਵਾਲਾ ਵੀ ਖਬਰ ਵਾਲਾ ਕੰਮ ਨਿਬੇੜ ਦਈਏ। ਭਾਰਤੀ ਜਨਤਾ ਪਾਰਟੀ ਦੇ ਸੂਬਾ ਸਕੱਤਰ ਨੇ ਸੁਖਪਾਲ ਸਰਾਂ, ਤੁਹਾਨੂੰ ਯਾਦ ਹੋਣਾ ਹੈ, ਨਹੀਂ ਮੈਂ ਥੋੜਾ ਚੇਤਾ ਕਰਵਾ ਦਿੰਦਾ ਕਿ ਬਠਿੰਡਾ ਦਾ ਇੱਕ ਪਿੰਡ ਹੈ ਬੀੜ ਤਲਾਬ, ਉੱਥੇ ਇੱਕ ਗੁਰਦੁਆਰਾ ਸਾਹਿਬ ਦੇ ਵਿੱਚ ਗ੍ਰੰਥੀ ਜਿਸ ਦਾ ਨਾਮ ਗੁਰਮੇਲ ਸਿੰਘ ਖਾਲਸਾ, ਉਹਦੇ ਵੱਲੋਂ ਡੇਰਾ ਸੱਚਾ ਸੌਦਾ ਸਿਰਸਾ ਦੇ ਮੁਖੀ ਗੁਰਮੀਤ ਰਾਮ ਰਹੀਮ ਨੂੰ ਜੇਲ੍ਹ ਦੇ ਵਿੱਚੋਂ ਰਿਹਾ ਕਰਵਾਉਣ ਪ੍ਰਧਾਨ ਮੰਤਰੀ ਮੋਦੀ ਦੇ ਸੁਪਨੇ ਪੂਰੇ ਕਰਨ ਲਈ ਇੱਕ ਵਿਵਾਦਤ ਅਰਦਾਸ ਕੀਤੀ ਗਈ ਸੀ। ਇਹ ਵੀ ਦੱਸਦਿਆਂ ਕਿ ਜਿਸ ਸਵੇਰ ਨੂੰ ਅਰਦਾਸ ਹੋਈ ਸੀ ਤੇ ਉਦੋਂ ਕੁਝ ਘੰਟਿਆਂ ਤੋਂ ਬਾਅਦ ਡੇਰਾ ਮੁਖੀ ਨੂੰ ਜੇਲ੍ਹ ਦੇ ਵਿੱਚੋਂ ਪਤਾ ਲੱਗਾ ਸੀ, ਕੱਢ ਵੀ ਦਿੱਤਾ ਗਿਆ ਸੀ, ਪਰ ਮਾਮਲੇ ਨੇ ਤੂਲ ਫੜੀ ਸੀ, ਦੁਬਾਰਾ ਉਹਨਾਂ ਨੂੰ ਜੇਲ੍ਹ ਵਿੱਚ ਲਿਆਂਦਾ ਗਿਆ ਸੀ। ਹੁਣ ਇਸ ਵਿਵਾਦਤ ਅਰਦਾਸ ਮਾਮਲੇ ਦੇ ਵਿੱਚ
पंजाब ਅਤੇ हरियाणा हाई कोर्ट ने सुखपाल सरां ਨੂੰ ਜ਼ਮਾਨਤ ਦੇ ਦਿੱਤੀ ਹੈ। ਇੱਥੇ ਦੱਸਣਾ ਬਣਦਾ ਹੈ ਕਿ ਥਾਣਾ ਸਦਰ ਬਠਿੰਡਾ ਨੇ ਇਸ ਮਾਮਲੇ ਦੇ ਵਿੱਚ ਵਿਵਾਦਪੂਰਨ ਅਰਦਾਸ ਕਰਨ ਵਾਲੇ ਗੁਰਮੇਲ ਸਿੰਘ ਦੇ ਖਿਲਾਫ 20 ਮਈ 2021 ਨੂੰ FIR ਨੰਬਰ 75 ਧਾਰਾ 295 ਏ ਤਹਿਤ ਮਾਮਲਾ ਦਰਜ ਕੀਤਾ ਸੀ। ਥਾਣਾ ਸਦਰ ਬਠਿੰਡਾ ਪੁਲਿਸ ਵੱਲੋਂ ਸਰਾਂ ਨੂੰ ਇਸੇ ਹੀ ਮਾਮਲੇ ਦੇ ਵਿੱਚ ਧਾਰਾ 120 ਤਹਿਤ ਨਾਮਜ਼ਦ ਕਰ ਲਿਆ ਗਿਆ ਸੀ। ਜਦੋਂ ਇੱਕ ਵਕੀਲ ਸਾਹਿਬ ਨੇ ਸਾਰੇ ਸਬੂਤ ਦਿੱਤੇ ਸੀ ਕਿ ਇਹ ਦੱਸੋ ਕਿ ਆਹ ਕਿਹੜਾ ਲੀਡਰ ਹੈ ਜਿਹੜਾ ਗੁਰਮੇਲ ਸਿੰਘ ਖਾਲਸਾ ਦੇ ਵਿਵਾਦ ਅਰਦਾਸ ਤੋਂ ਪਹਿਲਾਂ ਘਰ ਜਾਂਦਾ ਹੈ ਤੇ ਟਰੈਕਟਰ ਉਹਨੂੰ ਲੈ ਕੇ ਦਿੰਦਾ ਹੈ, ਤੇ ਸਾਰੇ ਸਬੂਤ ਜਦੋਂ ਅਦਾਲਤ ਦੇ ਸਾਹਮਣੇ ਰੱਖ ਦਿੱਤੇ ਸੀ ਉਹਦੇ ਤੋਂ ਬਾਅਦ ਸੁਖਪਾਲ ਸਰਾਂ ਨੂੰ ਨਾਮਜ਼ਦ ਕਰ ਲਿਆ ਗਿਆ ਸੀ। ਪੁਲਿਸ ਨੇ ਇਸ ਸਬੰਧ ਵਿੱਚ ਦਲੀਲ ਦਿੱਤੀ ਸੀ ਕਿ ਸੁਖਪਾਲ ਸਰਾਂ ਨੇ ਗ੍ਰੰਥੀ ਵੱਲੋਂ ਕੀਤੀ ਅਰਦਾਸ ਦੀ ਵੀਡੀਓ ਬਣਾਉਣ ਉਪਰੰਤ ਉਸ ਨੂੰ ਵਾਇਰਲ ਕੀਤਾ, ਜਿਸ ਨਾਲ ਸਿੱਖ ਸੰਗਤਾਂ ਦੀਆਂ ਧਾਰਮਿਕ ਭਾਵਨਾਵਾਂ ਭੜਕੀਆਂ। ਸਰਾਂ ਨੇ ਪੁਲਿਸ ਦੀ ਇਸ ਕਾਰਵਾਈ ਨੂੰ ਲੈ ਕੇ ਹਾਈ ਕੋਰਟ ਦੇ ਵਿੱਚ ਪਹੁੰਚ ਕੀਤੀ ਸੀ, ਜਿੱਥੇ ਉਹਨਾਂ ਨੂੰ ਅੰਤਰਿਮ ਜ਼ਮਾਨਤ ਦੇ ਦਿੱਤੀ ਗਈ ਹੈ। ਉਸ ਤੋਂ ਬਾਅਦ ਹੁਣ ਹਾਈ ਕੋਰਟ ਨੇ ਉਸ ਨੂੰ ਰੈਗੂਲਰ ਜ਼ਮਾਨਤ ਵੀ ਦੇ ਦਿੱਤੀ ਹੈ। ਉਧਰ ਸੁਖਪਾਲ ਸਰਾਂ ਦਾ ਕਹਿਣਾ ਇਹ ਹੈ ਕਿ ਉਹਨਾਂ ਖਿਲਾਫ ਪੁਲਿਸ ਕੇਸ ਸਿਆਸਤ ਤੋਂ ਪ੍ਰੇਰਿਤ ਨੇ, ਜਦੋਂ ਕਿ ਉਹਨਾਂ ਦਾ ਇਸ ਮਾਮਲੇ ਦੇ ਨਾਲ ਕੋਈ ਲੈਣ ਦੇਣ ਨਹੀਂ। ਉਹਨਾਂ ਕਿਹਾ ਕਿ ਨਿਆਂ ਪ੍ਰਣਾਲੀ ਤੇ ਉਹਨਾਂ ਨੂੰ ਪੂਰਨ ਵਿਸ਼ਵਾਸ ਹੈ ਅਤੇ ਉਹ ਪਾਕ ਸਾਫ਼ ਇਹਦੇ ਵਿੱਚੋਂ ਬਰੀ ਹੋਣਗੇ। ਪਰ ਉਹ ਮਾਮਲਾ ਜਿਹੜੇ ਵਕੀਲ ਖਹਿੜਾ ਸਾਹਿਬ ਨੇ ਸਾਹਮਣੇ ਰੱਖੇ ਸੀ, ਲਗਭਗ ਉਹਨੇ ਸਬੂਤਾਂ ਦੇ ਨਾਲ ਦੱਸਿਆ ਸੀ। ਉਹਨੇ ਤਾਂ ਇਹ ਵੀ ਆਖਿਆ ਸੀ ਕਿ ਜਿਹੜੀਆਂ ਔਰਤਾਂ ਵੀਡੀਓ 'ਚ ਨਜ਼ਰ ਆਉਂਦੀਆਂ ਨੇ, ਜਿਹੜੇ ਪੁਲਿਸ ਮੁਲਾਜ਼ਮ ਉਹਦੀ ਸੁਰੱਖਿਆ ਦੇ ਵਿੱਚ ਗਏ ਨਜ਼ਰ ਆਉਂਦੇ ਨੇ, ਉਹ ਗੱਡੀ ਦੱਸ ਦਿਓ ਕਿਹਦੀ ਹੈ। ਉਹ ਪੁਲਿਸ ਮੁਲਾਜ਼ਮਾਂ ਤੋਂ ਪੁੱਛ ਲਓ ਕਿ ਗੁਰਮੇਲ ਸਿੰਘ ਖਾਲਸਾ ਦੇ ਘਰ ਸੁਖਪਾਲ ਸਰਾਂ ਗਏ ਜਾਂ ਨਹੀਂ ਗਏ। ਖੈਰ, ਉਹਦੇ ਵਿੱਚ ਹੁਣ ਮਾਨਯੋਗ ਅਦਾਲਤ ਨੇ ਸੁਖਪਾਲ ਸਰਾਂ ਨੂੰ ਜ਼ਮਾਨਤ ਦੇ ਦਿੱਤੀ ਹੈ। ਹੁਣ ਗੱਲ ਆਪਣੀ ਚੱਲ ਰਹੀ ਸੀ ਹਰਜੀਤ ਗਰੇਵਾਲ ਵਾਲੀ। ਹਰਜੀਤ ਗਰੇਵਾਲ ਇੱਕ ਵਾਰੀ ਫੇਰ ਕਿਸਾਨਾਂ ਨੇ ਭਜਾ ਲਿਆ ਜਾਂ ਆਖੋ ਡਰਾ ਲਿਆ। ਵੈਸੇ ਬਣਦਾ ਦਲੇਰ ਹੈ ਬਹੁਤ। ਬੀਤੇ ਦਿਨੀ ਵੀ ਕਿਸਾਨਾਂ ਨੇ ਚੈਲੰਜ ਕੀਤਾ ਸੀ ਕਿ ਜੇਕਰ ਜੁਰਤ ਹੈ, ਜੇ ਹਿੰਮਤ ਹੈ, ਤਾਂ ਪੰਜਾਬ ਦੇ ਵਿੱਚ ਇੱਕ ਰੈਲੀ ਕਰਕੇ ਦਿਖਾ। ਵੈਸੇ ਟੀਵੀ ਚੈਨਲਸ ਨੂੰ ਬਹੁਤ ਵੱਡੀਆਂ ਇੰਟਰਵਿਊਜ਼ ਦਿੰਦਾ ਤੇ ਬਹੁਤ ਮੰਦਾ ਚੰਗਾ ਬੋਲ ਜਾਂਦਾ ਹੈ। ਪਤਾ ਲੱਗਿਆ ਕਿ ਬਨੂੜ ਦੇ ਵਿੱਚ ਇੱਕ ਸ਼ਰਧਾਂਜਲੀ ਸਮਾਗਮ ਹੈ, ਉੱਥੇ ਆਉਣਾ ਹੈ ਹਰਜੀਤ ਗਰੇਵਾਲ ਨੇ। ਇਹ ਪਤਾ ਲੱਗਣ ਤੋਂ ਬਾਅਦ ਸੈਂਕੜੇ ਕਿਸਾਨ ਬੰਨੋ ਭਾਈ ਬੰਦਰ ਚੌਂਕ ਦੇ ਕੋਲ ਇਕੱਠੇ ਹੋ ਗਏ, ਤੇ ਉਧਰ ਇਹ ਵੀ ਪਤਾ ਲੱਗ ਗਿਆ ਹਰਜੀਤ ਗਰੇਵਾਲ ਨੂੰ ਵੀ ਅੱਜ ਖੈਰ ਨਹੀਂ। ਕਿਸਾਨ ਮੇਰੇ ਵਿਰੋਧ ਦੇ ਵਿੱਚ ਫਿਰ ਇਕੱਠੇ ਹੋ ਗਏ। ਇਹ ਟਾਲਾ ਵੱਟ ਗਿਆ, ਇਹ ਡਰ ਗਿਆ। ਇਹ ਆਖ ਸਕਦੇ ਹਾਂ ਪੰਜਾਬੀ ਸ਼ਬਦਾਂ ਦੇ ਵਿੱਚ ਕਿ ਹਰਜੀਤ ਗਰੇਵਾਲ ਨੂੰ ਇੱਕ ਵਾਰੀ ਫਿਰ ਕਿਸਾਨਾਂ ਨੇ ਭਜਾ ਲਿਆ, ਮੂਹਰੇ ਲਾ ਲਿਆ। ਇਸੇ ਦੌਰਾਨ ਕਿਸਾਨ ਆਗੂ ਨੇ ਮਹਿਲਾ ਪੱਤਰਕਾਰ ਸ਼ਾਲੂ ਮਰੂਖ, ਸ਼ਾਇਦ ਤੁਹਾਨੂੰ ਇਹ ਵੀ ਯਾਦ ਹੋਵੇ ਕਿ ਕੁਝ ਦਿਨ ਪਹਿਲਾਂ ਉਹਨੂੰ ਅਪਸ਼ਬਦ ਬੋਲੇ ਸੀ ਹਰਜੀਤ ਗਰੇਵਾਲ ਨੇ। ਉਸ ਮਸਲੇ ਨੂੰ ਆਧਾਰ ਬਣਾ ਕੇ ਹਰਜੀਤ ਗਰੇਵਾਲ ਦਾ ਪੁਤਲਾ ਸਾੜਿਆ ਤੇ ਨਾਅਰੇਬਾਜ਼ੀ ਕੀਤੀ। ਸ਼ਾਲੂ ਨੇ ਦੱਸਣਾ ਬਣਦਾ ਹੈ ਹਰਜੀਤ ਗਰੇਵਾਲ ਨੂੰ ਕੁਝ ਸਵਾਲ ਪੁੱਛ ਲਏ ਸੀ। ਗਰੇਵਾਲ ਭੜਕ ਗਿਆ ਸੀ। ਉਹਨੇ ਅੱਗਿਓਂ ਉਸ ਮੁਟਿਆਰ ਨੂੰ, ਉਸ ਮਹਿਲਾ ਪੱਤਰਕਾਰ ਨੂੰ ਇਹ ਪੁੱਛਿਆ ਕਿ ਤੂੰ ਸਬੂਤ ਮੰਗਦੀ ਹੈ, ਤੂੰ ਦੱਸ ਤੇਰੇ ਕੋਲ ਕੀ ਸਬੂਤ ਹੈ ਕਿ ਤੂੰ ਆਪਣੇ ਪਿਓ ਦੀ ਔਲਾਦ ਹੈ। ਸ਼ਾਲੂ ਨੇ ਇਸ ਮਸਲੇ ਦੇ ਉੱਤੇ ਹਰਜੀਤ ਗਰੇਵਾਲ ਦੀ ਜਿਹੜੀ ਕਲਾਸ ਲਾਈ ਸੀ ਨਾ, ਉਹ ਕਹਿੰਦੀ ਬੋਲਣਾ ਤਾਂ ਮੈਂ ਵੀ ਜਾਣਦੀ ਹਾਂ, ਪਰ ਮੈਂ ਤੇਰੇ ਵਾਲੇ ਪੱਧਰ ਤੇ ਡਿੱਗ ਨਹੀਂ ਸਕਦੀ। ਮੈਨੂੰ ਮੇਰੇ ਮਾਪਿਆਂ ਨੇ ਸਿਖਾਇਆ ਤਹਿਜ਼ੀਬ ਕੀ ਹੁੰਦੀ ਹੈ, ਸੱਭਿਅਕ ਕਿਵੇਂ ਰਹੀਦਾ। ਜਦੋਂ ਇਹ ਗੱਲਾਂ ਆਖੀਆਂ ਤਾਂ ਹਰਜੀਤ ਗਰੇਵਾਲ ਉਦੋਂ ਵੀ ਡਰ ਕੇ ਮੈਦਾਨ ਛੱਡ ਗਿਆ ਸੀ, ਉਦੋਂ ਵੀ ਫੋਨ ਕੱਟ ਗਿਆ ਸੀ। ਇਹ ਪਹਿਲਾ ਮੌਕਾ ਨਹੀਂ ਜਦੋਂ ਹਰਜੀਤ ਗਰੇਵਾਲ ਨੇ ਇਸ ਤਰ੍ਹਾਂ ਦੇ ਅਪਸ਼ਬਦਾਂ ਦਾ ਇਸਤੇਮਾਲ ਕੀਤਾ ਹੋਵੇ। ਆ ਹੁਣ ਕਿਸਾਨਾਂ ਨੂੰ ਕ੍ਰਿਮੀਨਲ ਕਹਿੰਦਾ, ਕਦੇ ਗੁੰਡੇ ਕਹਿੰਦਾ, ਕਦੇ ਖਾਲਿਸਤਾਨੀ ਕਹਿੰਦਾ, ਕਦੇ ਪਾਕਿਸਤਾਨ ਤੇ ਚੀਨ ਦੇ ਏਜੰਟ ਕਹਿੰਦਾ। ਹੁਣ ਇਹ ਰੋਸ ਧਰਨਾ ਲੱਗਿਆ। ਰੋਸ ਧਰਨੇ ਦੇ ਵਿੱਚ ਗੱਲਬਾਤ ਕਰਦਿਆਂ ਭਾਰਤੀ ਕਿਸਾਨ ਯੂਨੀਅਨ ਸਿੱਧੂਪੁਰ ਦੇ ਜ਼ਿਲ੍ਹਾ ਮੋਹਾਲੀ ਦੇ ਮੀਤ ਪ੍ਰਧਾਨ ਕਿਰਪਾਲ ਸਿੰਘ ਸਿਆਊ, ਬਲਾਕ ਪ੍ਰਧਾਨ ਲਖਵਿੰਦਰ ਸਿੰਘ ਕਰਾਲਾ, ਡਕੌਂਦਾ ਬਲਾਕ ਦੇ ਸੀਨੀਅਰ ਮੀਤ ਪ੍ਰਧਾਨ ਧਰਮਿੰਦਰ ਸਿੰਘ ਖਲੌਰ, ਜਗਜੀਤ ਜੱਗੀ ਕਰਾਲਾ, ਚੜੂਨੀ ਗਰੁੱਪ ਦੇ ਸਰਕਲ ਬਨੂੜ ਦੇ ਪ੍ਰਧਾਨ ਨੰਬਰਦਾਰ ਸਤਨਾਮ ਸਿੰਘ ਖਲੌਰ ਨੇ ਕਿਹਾ ਕਿ ਉਹਨਾਂ ਨੂੰ ਹਰਜੀਤ ਗਰੇਵਾਲ ਦਾ ਪਤਾ ਲੱਗਿਆ ਸੀ ਕਿ ਬਨੂੜ 'ਚ ਪਹੁੰਚੂ, ਸ਼ਰਧਾਂਜਲੀ ਸਮਾਗਮ ਦੇ ਵਿੱਚ ਆਊ। ਜਦੋਂ ਸਾਨੂੰ ਪਤਾ ਲੱਗਿਆ ਅਸੀਂ ਫੋਨ ਖੜਕਾ ਦਿੱਤੇ। ਸੈਂਕੜੇ ਕਿਸਾਨ ਇੱਕ ਫੋਨ ਕਾਲ ਤੇ ਆ ਗਏ ਤੇ 10 ਕੁ ਵਜੇ ਅਸੀਂ ਬੰਨੋ ਮਾਈ ਮੰਦਰ ਚੌਂਕ ਦੇ ਕੋਲ ਇਕੱਠੇ ਹੋ ਗਏ ਤੇ ਉੱਥੇ ਫਿਰ ਅਸੀਂ ਧਰਨਾ ਮਾਰ ਲਿਆ ਕਿ ਆਵੇ। ਮੋਦੀ ਸਰਕਾਰ ਤੇ ਭਾਜਪਾ ਆਗੂ ਹਰਜੀਤ ਗਰੇਵਾਲ ਦੇ ਵਿਰੁੱਧ ਨਾਅਰੇਬਾਜ਼ੀ ਸ਼ੁਰੂ ਕਰ ਦਿੱਤੀ ਤੇ ਉਹਨਾਂ ਨੇ ਆਖਿਆ ਕਿ ਗਰੇਵਾਲ ਰੋਜ਼ ਸਵੇਰੇ ਉੱਠ ਕੇ ਹੋਰ ਕੁਝ ਨਹੀਂ ਕਰਦਾ, ਸਭ ਤੋਂ ਪਹਿਲਾਂ ਕਿਸਾਨਾਂ ਦੇ ਵਿਰੁੱਧ ਬਿਆਨਬਾਜ਼ੀ ਕਰਦਾ ਹੈ। ਇਹਨੂੰ ਬਰਦਾਸ਼ਤ ਨਹੀਂ ਕੀਤਾ ਜਾਏਗਾ।
इस मौके ते इकट्ठे हुए किसानां ने ऐलान किया कि किसानां विरुद्ध जहर उगलण वाले भाजपा आगू नूं असीं कुछ भी हो जाए, कोई भी कीमत चुकाउणी पवे, अपने इलाके 'च नहीं वड़न देना। किसानां ने कहा कि अज विरोध कारण वो समागम दे विच आया नहीं, डरिया भज्जिया। रोस धरने विच इकत्तर होए किसानां ने, नौजवानों ने महिला पत्रकार नूं अपशब्द बोलण वाले इस आगू का पुतला भी साड़िया, जम के नारेबाजी भी की। उन्होंने कहा कि जिहड़ा बंदा अपनी धी की उम्र की महिला पत्रकार नूं अपशब्द बोल सकता है, उन्होंने पता नहीं कि एक धी धियाणी नूं किहो जिहे शब्द बोलने चाहिए है। तो उस आगू का तुसीं आप हिसाब ला लो कि बौद्धिक पद्धर कितना नीवा होएगा। सवेरे 10 बजे तो लैके तकरीबन 1:30 बजे तक हरजीत गरेवाल नूं उस चौंक दे विच बैठ के उड़ीकदे रहे। जदों पता लग्या कि उधर भाई श्रद्धांजलि समागम नेपरे चढ़ गया, हरजीत गरेवाल टाला वट गया, डर गया, भजा लिया, किसानों ने मूहरे आया नहीं। फिर किसान आगू ते आम किसान ते नौजवान उत्थों उठ के गए। तो हुण किसानों दे नाल बीते दिनी मोगे दे विच भी धक्का होया सी, लाठीचार्ज होया सी। रैली अकाली दल के प्रधान सुखबीर सिंह बादल होरां दी सी। सुखबीर बादल नूं सवाल पुछण गए किसानों नूं छल्लियां वांग कुट सुट्टिया सी। किसान कहिंदे सी सवाल ही पुछदे आ भाई, होर असीं दसो की करदे आ। तो सुखबीर कहंदा सी भाई ये किसान ही है नहीं गे, ये आम आदमी पार्टी वाले ने जां कांग्रेस के लोग ने। बाद दे विच ओह कहंदे सी साडा थां थां दे विरोध हो जांदा, हुण असीं किसानां नूं भाई सवाल लैके हुण जवाब देंगे। मैं उस दिन भी आख्या सी कि यह स्टेटमेंट कंट्राडिक्ट करती आ। एक पासे तुसीं कहने हो कि किसान नहीं, दूसरे पासे तुसीं कहने हो किसानां नाल असीं गल करनी, जद तुहानूं किसान तुहाडा विरोध ही नहीं करते फिर गल क्यों करनी है। खैर कुछ भी होवे, बीती 2 तरीक नूं मोगा दे विच जिस दिन सुखबीर बादल होरां दी रैली सी, उत्थे विरोध करन पहुंचे सी किसान। विरोध कारण प्रशासन ने किरती किसान यूनीयन के सूबा प्रधान निरभै सिंह ढुड्डीके, नौजवान भारत सभा के आगू करमजीत सिंह माणूके, जिला मीत प्रधान चमकौर सिंह रोडे खुर्द, ब्लॉक सकत्तर जसमेल सिंह, यूथ आगू बलकਰਨ सिंह वैरोके समेत तकरीबन 17 आगूआं ਅਤੇ 200 के करीब अणपछाते किसानां ते जिहड़ा 307 ਦਾ नजायज़ परचा कीता सी। उस मसले नूं लैके संयुक्त किसान मोर्चा दे नाल सलाह करके एक संघर्ष विढ़ दिता सी। हुण पता लग्या कि संयुक्त किसान मोर्चे दे वल्लों पंजाब सरकार नूं प्रशासन नूं 8 तरीक तक का अल्टीमेटम दिता गया सी, जिहदे कारण प्रशासन ने जथेबंदियों नूं मीटिंग लई सद्दिया। SPD मोगा नाल 2 गेड़ की गलबात हुई, मीटिंग हुई। पहले गेड़ विच पता लग रहा कि SPD मोगा नाल गलबात के दौरान प्रशासन ने कहा कि असीं कुछ दिनों में परचे रद्द कर देंगे, पर जथेबंदियों ने कहा इंज नहीं, परचे रद्द करो का मतलब रद्द करो। तो प्रशासन इन्हां परचों नूं रद्द करन दा समा दस्से, सानूं निर्धारित करे। इस मीटिंग तो बाद गलबात विचाले टुटी। फिर दूसरे गेड़ की एक मीटिंग होर हुई। उस मीटिंग दे विच SPD जगनप्रीत सिंह ते DSP एक होर पहुंचे। उन्होंने किरती किसान यूनियन के दफ्तर दे विच पहुंच के निरभै सिंह ढुड्डीके, राजिंदर सिंह दीप सिंह वाला ते मोगा जिले के प्रधान प्रगट सिंह साफूवाला ਅਤੇ नौजवान भारत सभा के आगू करमजीत सिंह माणूके ते होर आगूआं दे नाल मुलाकात की। जानकारी मिल रही है कि दूसरे गेड़ की मीटिंग के विच SPD जगनप्रीत सिंह ने भरोसा दिता है कि आ 17 व्यक्ति ਅਤੇ ਜਿਹੜੇ 250 ਦੇ ਨੇੜ ਤੇੜ अणपछाते व्यक्ति ने जिन्हां ते 307 का परचा दर्ज किया गया सी, 10 दिनों के अंदर अंदर असीं रद्द कर देंगे। जदों ये सहमति दी गई तो फिर किसान आगुआं ने आख्या कि असीं प्रशासन नूं 10 दिन का समा दिंदे हां, भाव 18 सितंबर तक असीं अपना संघर्ष मुलतवी करते हैं। राजिंदर सिंह दीप सिंह वाला ने कहा कि जेकर 10 दिनों के अंदर अंदर प्रशासन जिहड़े ये नजायज़ परचे किए गए सी रद्द नहीं करता, तो संयुक्त किसान मोर्चे के सद्दे के तहत 18 सितंबर को वड्डा संघर्ष विढ़ दिता जाएगा ਅਤੇ करनाल के वांग मोगे दे विच फिर वड्डा अंदोलन होएगा। उदों तो बाद किरती किसान यूनियन के जिला दफ्तर के विच एक प्रैस कॉन्फ्रेंस की गई ते नाल अकाली दल नूं चेतावनी दे दित्ती गई है कि अपनियां रैलियां बंद कर दिओ। जिन्ना चिर दिल्ली दे विच अंदोलन चल रहा है, जिन्नी देर तक ये केंद्र वालों कानून रद्द नहीं किए जाते, उन्ना चिर किरती किसान यूनियन चाहे कोई भी राजनीतिक पार्टी होवे, असीं उन्हां नूं चोणां दा माहौल नहीं बनाउण देवांगे। उन्होंने कहा कि अकाली दल ते कुछ अखौती किसान हमैती 2 सितंबर को अकालियां का विरोध कर रहे
ਕਿਰਤੀ ਕਿਸਾਨ ਯੂਨੀਅਨ ਅਤੇ ਭਾਰਤ ਸਭਾ ਦੇ ਕਿਸਾਨਾਂ ਨੂੰ, ਨੌਜਵਾਨਾਂ ਨੂੰ ਕਾਂਗਰਸੀਆਂ ਦੇ ਬੰਦੇ ਦੱਸ ਰਹੇ ਸੀ, ਆਮ ਆਦਮੀ ਪਾਰਟੀ ਦੇ ਬੰਦੇ ਦੱਸ ਰਹੇ ਸੀ। ਉਹਨਾਂ ਕਿਹਾ ਕਿ ਅਕਾਲੀ ਦਲ ਇਹਨਾਂ ਬਿਆਨਾਂ ਤੋਂ ਬਾਜ਼ ਆਵੇ। ਅਕਾਲੀ ਦਲ ਤੇ ਦੂਸਰੀਆਂ ਸਿਆਸੀ ਧਿਰਾਂ ਜਿੰਨੀਆਂ ਵੀ ਨੇ ਤੁਰੰਤ ਆਪਣੀਆਂ ਰੈਲੀਆਂ ਬੰਦ ਕਰਨ, ਨਹੀਂ ਤਾਂ ਆਉਣ ਵਾਲੇ ਦਿਨਾਂ ਦੇ ਵਿੱਚ ਉਹਨਾਂ ਦਾ ਇਹ ਵਿਰੋਧ ਹੋਰ ਤਿੱਖਾ ਹੋਏਗਾ। ਹੁਣ ਵੇਖਦੇ ਹਾਂ ਕਿ 10 ਦਿਨਾਂ ਦਾ ਅਲਟੀਮੇਟਮ ਇੱਕ ਵਾਰੀ ਫਿਰ ਪ੍ਰਸ਼ਾਸਨ ਨੂੰ ਦਿੱਤਾ ਹੈ ਤੇ ਪ੍ਰਸ਼ਾਸਨ ਨੇ ਆਖ ਦਿੱਤਾ ਕਿ ਅਸੀਂ ਇਹ ਸਾਰੇ ਪਰਚੇ ਰੱਦ ਕਰ ਦਿਆਂਗੇ। ਜੇ ਰੱਦ ਨਾ ਕੀਤੇ ਤਾਂ ਤਰੀਕ 18 ਵੀ ਆਈ, ਦਿਨ 10 ਵੀ ਲੰਘ ਜਾਣੇ ਹੈ। ਅਗਲੀ ਇੱਕ ਵਾਰੀ ਝਾਤ ਉਹ ਕਰਨਾਲ ਵਾਲੇ ਪਾਸੇ ਮਾਰੇ ਆਈਏ। ਤੁਹਾਨੂੰ ਯਾਦ ਹੋਣਾ ਕਿ 28 ਅਗਸਤ ਨੂੰ ਕਿਸਾਨਾਂ ਤੇ ਲਾਠੀਚਾਰਜ ਹੁੰਦਾ ਹੈ, ਇੱਕ ਕਿਸਾਨ ਦੀ ਸ਼ਹਾਦਤ ਹੁੰਦੀ ਹੈ ਤੇ ਫਿਰ ਸੰਯੁਕਤ ਕਿਸਾਨ ਮੋਰਚੇ ਨੇ ਸੱਦਾ ਦਿੱਤਾ ਸੀ। ਮਿੰਨੀ ਸਕੱਤਰੇਤ ਕਰਨਾਲ ਦਾ ਘਿਰਾਓ ਕਰਨ ਪਹੁੰਚੇ ਸੀ ਬੀਤੇ ਦਿਨੀ ਤੇ ਹੁਣ ਉੱਥੇ ਪੱਕਾ ਮੋਰਚਾ ਲੱਗ ਚੁੱਕਿਆ ਹੈ। ਸਿੰਘੂ ਟਿੱਕਰੀ ਤੇ ਗਾਜ਼ੀਪੁਰ ਉਹ ਲੱਗ ਰਿਹਾ ਹੈ, ਪੱਕੇ ਟੈਂਟ ਵੀ ਗੜ ਦਿੱਤੇ ਗਏ ਨੇ। ਕਿਸਾਨ ਰਾਤ ਭਰ ਵੀ ਉੱਥੇ ਰਹੇ ਤੇ ਅੱਜ ਵੀ ਉੱਥੇ ਨੇ। ਕਿਸਾਨ ਆਗੂ ਉੱਥੇ ਪਹੁੰਚੇ ਹੋਏ ਨੇ, ਜਿਨ੍ਹਾਂ ਵਿੱਚ ਰਾਕੇਸ਼ ਟਕੈਤ ਨੇ, ਜੋਗਿੰਦਰ ਯਾਦਵ ਨੇ, ਗੁਰਨਾਮ ਸਿੰਘ ਚੜੂਨੀ ਨੇ, ਬੀਤੇ ਦਿਨੀ ਮਨਜੀਤ ਸਿੰਘ ਰਾਏ ਸੀ, ਧਨੇਰ ਸਾਹਿਬ ਸੀ, ਡੱਲੇਵਾਲ ਸਾਹਿਬ ਸੀ, ਰਾਜੇਵਾਲ ਸਾਹਿਬ ਸੀ, ਰੁਲਦੂ ਸਿੰਘ ਮਾਨਸਾ ਨੇ। ਹੁਣ ਪ੍ਰੈਸ ਕਾਨਫਰੰਸ ਕੀਤੀ ਜੋਗਿੰਦਰ ਯਾਦਵ ਹੋਰਾਂ ਨੇ, ਰਾਕੇਸ਼ ਟਕੈਤ ਹੋਰਾਂ ਨੇ, ਗੁਰਨਾਮ ਸਿੰਘ ਚੜੂਨੀ ਹੋਰਾਂ ਨੇ। ਉਹਨੇ ਆਖਿਆ ਕਿ ਸਰਕਾਰ ਇੱਕ ਵਾਰੀ ਫੇਰ ਮੁੱਕਰ ਰਹੀ ਹੈ ਕੀਤੇ ਵਾਅਦਿਆਂ ਤੋਂ। ਸਰਕਾਰ ਲੱਗਦਾ ਸੀ ਮੰਨ ਜਾਊਗੀ, ਪਰ ਨਹੀਂ, ਇਹ ਅੜੀ ਤੇ ਆਈ ਹੋਈ ਆ, ਇਹ ਲੱਠ ਤੰਤਰ ਤੇ ਆਈ ਹੋਈ ਆ, ਲੋਕਤੰਤਰ ਦੇ ਅਰਥ ਸਮਝਦੀ ਨਹੀਂ। ਉਹ ਕਹਿੰਦੇ ਜਿਹੜੇ ਪ੍ਰਸ਼ਾਸਨਿਕ ਅਧਿਕਾਰੀ ਸਾਡੇ ਨਾਲ ਮੁਲਾਕਾਤ ਕਰਨ ਵਾਸਤੇ 3 ਗੇੜ ਦੀਆਂ ਮੀਟਿੰਗਾਂ ਹੋਈਆਂ, ਉਹ ਲਗਭਗ ਉਸੇ ਤਰ੍ਹਾਂ ਜਿਵੇਂ ਦਿੱਲੀ ਦੇ ਵਿੱਚ ਜਦੋਂ 11 ਮੀਟਿੰਗਾਂ ਕਿਸਾਨ ਆਗੂਆਂ ਦੇ ਨਾਲ ਹੋਈਆਂ, ਜਦੋਂ ਉਹ ਬਾਹਰ ਜਾ ਕੇ ਫੋਨ ਤੋਂ ਆਰਡਰ ਲੈਂਦੇ ਸੀ, ਕਹਿੰਦੇ ਇਹ ਵੀ ਚੰਡੀਗੜ੍ਹ ਤੋਂ ਆਰਡਰ ਲੈਂਦੇ ਸੀ। ਹੁਣ ਰੁਲਦੂ ਸਿੰਘ ਮਾਨਸਾ ਨੇ ਆਖਿਆ ਕਿ ਜਦੋਂ ਤੱਕ ਹਰਿਆਣਾ ਸਰਕਾਰ ਸਾਡੀਆਂ ਮੰਗਾਂ ਮੰਨ ਨਹੀਂ ਲੈਂਦੀ ਤੇ ਅਸੀਂ ਡਟੇ ਰਹਿਣਾ ਤੇ ਸੰਯੁਕਤ ਕਿਸਾਨ ਮੋਰਚੇ ਦੀ ਅਗਲੀ ਬੈਠਕ ਦੇ ਵਿੱਚ ਅਗਲੀ ਰਣਨੀਤੀ ਘੜ ਦਿਆਂਗੇ। ਉਹਨਾਂ ਮੰਗ ਕੀਤੀ ਕਿ ਸਾਡੀ ਮੰਗ ਹੈ ਕਿ ਐਸਡੀਐਮ ਤੇ ਲਾਠੀ ਚਾਰਜ ਕਰਨ ਵਾਲੇ ਪੁਲਿਸ ਅਧਿਕਾਰੀਆਂ ਦੇ ਵਿਰੁੱਧ ਬਣਦੀ ਕਾਰਵਾਈ ਹੋਵੇ, ਸਰਕਾਰ ਉਹਨਾਂ ਤੇ ਪਰਚੇ ਦਰਜ ਕਰੇ। ਮਾਨਸਾ ਜੀ ਨੇ ਕਿਹਾ ਕਿ ਸਰਕਾਰ ਨੂੰ ਸੋਚਣਾ ਚਾਹੀਦਾ ਹੈ ਕਿ ਦਿੱਲੀ ਵੀ ਘਿਰੀ ਹੋਈ ਹੈ, ਤੁਸੀਂ ਕੋਈ ਨਵਾਂ ਪੰਗਾ ਨਾ ਲਾਓ। ਉਹ ਕਹਿੰਦੇ ਸਰਕਾਰ ਦਾ ਫਰਜ਼ ਨਹੀਂ ਬਣਦਾ ਕਿ ਐਸਡੀਐਮ ਤੇ ਸੰਬੰਧਿਤ ਅਧਿਕਾਰੀਆਂ ਤੇ ਪਰਚੇ ਦਰਜ ਕਰੇ। ਕੀ ਸਰਕਾਰ ਲੋਕਾਂ ਨੇ ਨਹੀਂ ਚੁਣੀ? ਕੀ ਇਹ ਲੱਠ ਤੰਤਰ ਹੈ ਕਿ ਲੋਕਤੰਤਰ ਹੈ? ਉਹਨਾਂ ਨੇ ਇਹ ਵੀ ਕਿਹਾ ਕਿ ਅੱਜ ਮੈਂ ਇੱਕ ਬਿਆਨ ਹੋਰ ਪੜ੍ਹ ਰਿਹਾ ਸੀ, ਇੱਕ ਯੂਪੀ ਦਾ ਸੰਸਦ ਮੈਂਬਰ ਹੈ ਭਾਰਤੀ ਜਨਤਾ ਪਾਰਟੀ ਦਾ, ਪਹਿਲਾਂ ਵੈਸੇ ਹਰਿਆਣੇ ਦੇ ਵੀ ਕੁਝ ਮੰਤਰੀ ਆਖ ਚੁੱਕੇ ਨੇ। ਉਹ ਕਹਿੰਦੇ ਵੀ ਇਹ ਕਹਿੰਦੇ ਨੇ ਕਿ ਕੀ ਕਾਨੂੰਨ ਬਦਲਾ ਲੈਣਗੇ ਜਿਹੜੇ ਲੋਕ ਬੈਠੇ ਨੇ, ਕੀ ਸਰਕਾਰ ਨੂੰ ਮਨਾ ਲੈਣਗੇ। ਰੁਲਦੂ ਸਿੰਘ ਮਾਨਸਾ ਨੇ ਇਸ ਗੱਲ ਤੇ ਚੁਟਕੀ ਲਈ। ਉਹ ਕਹਿੰਦੇ ਮੰਨਦੀ ਤਾਂ ਇੰਦਰਾ ਗਾਂਧੀ ਵੀ ਨਹੀਂ ਸੀ ਹੁੰਦੀ ਜਦੋਂ ਐਮਰਜੈਂਸੀ ਲਾ ਦਿੱਤੀ, ਪਰ ਬਾਅਦ ਦੇ ਵਿੱਚ ਜਦੋਂ ਚੋਣਾਂ ਹੋਈਆਂ ਇੰਦਰਾ ਗਾਂਧੀ ਦੀ ਲੋਕਾਂ ਨੇ ਜ਼ਮਾਨਤ ਜ਼ਬਤ ਕਰ ਦਿੱਤੀ ਸੀ। ਤੇ ਹੁਣ ਪ੍ਰਸ਼ਾਸਨਿਕ ਅਧਿਕਾਰੀ ਸੋਚ ਲੈਣ, ਸਰਕਾਰ ਸੋਚ ਲਵੇ। ਮਿੰਨੀ ਸਕੱਤਰੇ ਦਾ ਅਸੀਂ ਘਰਾਓ ਕਰੀ ਬੈਠੇ ਹਾਂ। ਪਹਿਲਾਂ ਤੁਹਾਨੂੰ ਕਹਿੰਦੇ ਅਲਟੀਮੇਟਮ ਦਿੱਤਾ ਸੀ, ਤੁਸੀਂ ਉਦੋਂ ਤੁਹਾਡੇ ਕੰਨ ਤੇ ਜੂਨਾ ਸਰਕੀ ਤੇ ਹੁਣ ਅਸੀਂ ਆ ਕੇ ਇੱਥੇ ਬੈਠ ਗਏ। ਜਲ ਤੋਪਾਂ ਤੁਸੀਂ ਮਾਰ-ਮਾਰ ਸਾਡੇ ਵੇਖ ਲਈਆਂ, ਡਾਂਗਾ ਤੁਸੀਂ ਬੀਤੇ ਸਮੇਂ 'ਚ ਵਰਾ ਕੇ ਵੇਖ ਲਈਆਂ ਤੇ ਅਣਮਿੱਥੇ ਸਮੇਂ ਵਾਸਤੇ ਧਰਨਾ ਮਾਰ ਕੇ ਇੱਥੇ ਮੋਰਚਾ ਗੱਡ ਕੇ ਬੈਠ ਚੁੱਕੇ ਹਾਂ। ਉਹ ਕਹਿੰਦੇ ਕਿਸਾਨਾਂ ਦਾ ਸਿਰ ਭੰਨਣ ਵਾਲੇ ਕਹਿੰਦੇ ਜਿਹੜੇ ਐਸਡੀਐਮ ਹੈ, ਤੁਸੀਂ ਉਹਨੂੰ ਬਚਾਉਂਦੇ ਕਿਉਂ? ਤੁਸੀਂ ਕਿਸਾਨਾਂ ਦੇ ਹੋ ਜਾਂ ਤੁਸੀਂ ਅਫਸਰਾਂ ਦੇ ਹੋ? ਤੁਸੀਂ ਆਮ ਲੋਕਾਂ ਦੇ ਹੋ ਜਾਂ ਅਫਸਰਾਂ ਦੇ ਹੋ? ਅਗਲੀ ਰਣਨੀਤੀ ਤਿਆਰ ਕੀਤੀ ਜਾ ਰਹੀ ਹੈ, ਪਰ ਕਿਸਾਨ ਆਗੂ ਨੇ ਸਾਫ਼ ਕਰ ਦਿੱਤਾ ਕਿ ਜਿੰਨੀ ਦੇਰ ਤੱਕ ਸਾਡੀਆਂ ਮੰਗਾਂ ਨਹੀਂ ਮੰਨੀਆਂ ਜਾਂਦੀਆਂ ਉਨੀ ਦੇਰ ਤੱਕ ਕਰਨਾਲ ਦੇ ਇਸ ਮਿੰਨੀ ਸਕੱਤਰੇਤ ਦੇ ਸਾਹਮਣੇ ਧਰਨਾ ਚੁੱਕਿਆ ਨਹੀਂ ਜਾਏਗਾ। ਸੋ ਦੋਸਤੋ, ਕੁੱਲ ਮਿਲਾ ਕੇ ਆਪਣਾ ਇਹ ਸੀ ਅੱਜ ਦਾ ਪ੍ਰੋਗਰਾਮ। ਉਮੀਦ ਕਰ ਰਹੇ ਹਾਂ ਕਿ ਤੁਹਾਨੂੰ ਚੰਗਾ ਲੱਗਿਆ ਹੋਵੇਗਾ। ਜੇਕਰ ਪ੍ਰੋਗਰਾਮ ਸੱਚਮੁੱਚ ਚੰਗਾ ਲੱਗਿਆ ਤਾਂ ਕਿਰਪਾ ਕਰਕੇ ਲਾਈਕ ਵੀ ਕਰ ਦੇਣਾ ਤੇ ਸ਼ੇਅਰ ਵੀ ਕਰ ਦੇਣਾ। ਤੇ ਜੇਕਰ ਹਾਲੇ ਤੱਕ ਤੁਸੀਂ ਆਪਣੇ ਇਸ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਕਿਰਪਾ ਕਰਕੇ ਸਬਸਕ੍ਰਾਈਬ ਕਰਕੇ ਨੋਟੀਫਿਕੇਸ਼ਨ ਵਾਲੀ ਘੰਟੀ ਜ਼ਰੂਰ ਔਨ ਕਰ ਲੈਣੀ। ਤੁਹਾਡੇ ਦਿਲੋਂ ਧੰਨਵਾਦੀ ਹੋਵਾਂਗੇ। ਜਾਣ ਤੋਂ ਪਹਿਲਾਂ ਕਹਾਂਗਾ, ਜ਼ਿੰਦਗੀ ਜਿੰਦਾਦਲੀ ਦਾ ਨਾਮ ਹੈ। ਦਵਿੰਦਰ ਸਿੰਘ ਬੈਨੀਪਾਲ ਨੂੰ ਆਗਿਆ ਦਿਓ। ਸਤਿ ਸ਼੍ਰੀ ਅਕਾਲ। ਤੇਰਾ ਭਰਾ।